प्रभाती भगत बेणी जी की। एक ओंकार सतगुर प्रसाद। तन चंदन मस्तक पाती, हृदय अंतर कर तल काती। ठग दिष्ट बग्गा लिव लागा। ਠਾਗ ਦਿਸ਼ਟ ਬੱਗਾ ਲਿਵ ਲਾਗਾ। ठग दिष्ट बग्गा लिव लागा। देख वैसनो प्राण मुख भागा। काल भगवत बंद चिरामं, क्रूर दिष्ट रत्ता निसबादं रहाव। नित प्रत स्नान शरीरं, दोय धोती कर्म मुख खीरं। हृदय शुरी संध्यानी, पर दर्भ हिरन की बानी। सिल पूजस चक्र गणेशं, निस जागस भगत प्रवेशं। पग नाचस चित्त अकर्मं, ए लंपट नाच अधर्मं। मृग आसन तुलसी माला, कर ऊजल तिलक कपाला। हृदय कूड़ कंठ रुद्राखं, रे लंपट कृष्ण अपाखं। जिन आत्म तत न चीनिया, सब फोकट धर्म अबीनिया। कहो बेणी गुरमुख ध्यावै, बिन सतगुर बाट न पावै। ਸਾਧ ਸੰਗਤ ਜੀਓ, ਸ੍ਰੀ ਰਾਗ ਤੋਂ ਪ੍ਰਭਾਤੀ ਰਾਗ ਤੱਕ 30 ਰਾਗਾਂ ਵਿੱਚ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਇਹ ਬਾਣੀ ਲਿਖਵਾਈ। ਔਰ ਇਸ ਤੋਂ ਅੱਗੇ ਜੋ ਜੈਜਾਵੰਤੀ ਰਾਗ ਹੈ, ਇਸ ਦੇ ਵਿੱਚ 4 ਸ਼ਬਦ ਨਾਵੇਂ ਪਾਤਸ਼ਾਹ ਜੀ ਦੇ ਹਨ। ਇਹ 31ਵਾਂ ਰਾਗ ਹੈ। ਇਹ ਰਾਗ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਦੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਅਸਥਾਨ 'ਤੇ ਭਾਈ ਮਨੀ ਸਿੰਘ ਜੀ ਤੋਂ ਸਰੂਪ ਲਿਖਵਾਇਆ ਹੈ, ਉਦੋਂ ਇਹ ਜੈਜਾਵੰਤੀ ਰਾਗ ਸਤਿਗੁਰੂ ਜੀ ਨੇ ਦਰਜ ਕਰਵਾਇਆ। ਸੋ ਇਉਂ ਕਰਤਾਰਪੁਰੀ ਸਰੂਪ ਵਿੱਚ 30 ਰਾਗ ਹਨ। ਔਰ ਫਿਰ ਇਸ ਤੋਂ ਅਗਲੀ ਬਾਣੀ ਹੈ ਇਹ 31ਵਾਂ ਰਾਗ ਜੈਜਾਵੰਤੀ, ਜਿਸ ਵਿੱਚ ਸਿਰਫ 9ਵੇਂ ਪਾਤਸ਼ਾਹ ਦੇ ਸ਼ਬਦ ਨੇ। 10ਮ ਪਾਤਸ਼ਾਹ ਜੀ ਨੇ ਇਸ ਨੂੰ ਦਰਜ ਕਰਵਾ ਕੇ ਇਉਂ 31 ਰਾਗ ਸੰਪੂਰਨ ਕੀਤੇ ਨੇ। ਹੋਰ ਵੀ ਵੱਖ-ਵੱਖ ਰਾਗਾਂ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ। ਆਓ ਇਹ ਸ਼ਬਦ ਆਪਾਂ ਪੜ੍ਹੀਏ, ਸੁਣੀਏ ਔਰ ਭਾਵ ਨੂੰ ਸਮਝਣ ਦਾ ਯਤਨ ਕਰੀਏ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਜੈਜਾਵੰਤੀ ਮਹੱਲਾ ਨਾਵਾ। ਰਾਮ ਸਿਮਰ ਇਹ ਤੇਰਾ ਕਾਜ ਹੈ। माया को संग त्याग, प्रभ जू की सरन लाग। जगत सुख मान मिथ्या, झूठो सब साज है रहाव। सुपने ज्यो धन पछान, काहे पर करत मान। बारू की भीत जैसे, वसुधा को राज है। नानक जन कहत बात, बिन सजह तेरो गात। छिन छिन कर गयो काल, तैसे जात आज है। जैजावंती महल्ला नावा। राम भज जन्म सिरात है। कहो कहा बार बार, समझत नह क्यों गवार। बिनसत नह लगै बार, उरे सम गात है रहाव। सगल भरम डार देह, गोबिंद को नाम लेह। अंत बार संग तेरे, यह एक जात है। बिखिया बिख ज्यों बिसार, प्रभ को जस हिये तार। नानक जन कह पुकार, अवसर बिहात है। जैजावंती महल्ला नावा। रे मन कौन गात होए है तेरी। एह जग मह राम नाम, सो तो नहीं सुन्यो कान। एह जग मह राम नाम, सो तो नहीं सुन्यो कान।
ਵਿਖਿਆਨ ਸਿਉ ਅਤ ਲੁਭਾਨ ਮਤ ਨਾਹਿਨ ਫੇਰੀ ਰਹਾਉ। ਮਾਨਸ ਕੋ ਜਨਮ ਲੀਨਾ ਸਿਮਰਨ ਨਹਿ ਨਿਮਖ ਕੀਨਾ ਦਾਰਾ ਸੁਖ ਭਇਓ ਦੀਨਾ ਪਗਹੁ ਪਰੀ ਬੇਰੀ। ਨਾਨਕ ਜਨ ਕਹਿ ਪੁਕਾਰ ਸੁਪਨੈ ਜਿਉ ਜਗ ਪਸਾਰ ਸਿਮਰਤ ਨਹਿ ਕਿਉ ਮੁਰਾਰ ਮਾਇਆ ਜਾ ਕੀ ਚੇਰੀ। ਜੈ ਜਾਵੰਤੀ ਮਹੱਲਾ ਨਾਵਾ। ਬੀਤ ਜੈ ਹੈ ਜਨਮ ਅਕਾਜ ਰੇ ਨਿਸ ਦਿਨ ਸੁਨ ਕੈ ਪੁਰਾਨ ਸਮਝਤ ਨਹਿ ਰੇ ਅਜਾਨ। ਕਾਲ ਤੋ ਪਹੁੰਚਿਓ ਆਨ ਕਾਲ ਤਉ ਪਹੁੰਚਿਓ ਆਨ ਕਹਾ ਜੈ ਭਾਜ ਰੇ ਰਹਾਉ। ਅਸਥਿਰ ਜੋ ਮਾਨਿਓ ਦੇਹ ਸੋ ਤਉ ਤੇਰਾ ਹੋਏ ਹੈ ਖੇਹ। ਕਿਉ ਨਾ ਹਰ ਕੋ ਨਾਮ ਲੇਹ ਮੂਰਖ ਨਿਲਾਜ ਰੇ। ਰਾਮ ਭਗਤ ਹੀਏ ਆਨ ਛਾੜ ਦੇ ਤੈ ਮਨ ਕੋ ਮਾਨ। ਨਾਨਕ ਜਨ ਇਹ ਬਖਾਨ ਨਾਨਕ ਜਨ ਇਹ ਬਖਾਨ ਜਗ ਮੈਂ ਬਿਰਾਜ ਰੇ। ਸਾਧ ਸੰਗਤ ਜੀ, ਆਪ ਜੀ ਨੇ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਪਾਸੋਂ ਸਹਿਸਕ੍ਰਿਤੀ ਸ਼ਲੋਕਾਂ ਦੇ ਬਾਰੇ ਬਚਨ ਸਰਵਣ ਕੀਤੇ ਨੇ ਔਰ ਇਸ ਦੀ ਜੋ ਉਥਾਨਕਾ ਕਿ ਕਾਸ਼ੀ ਦੇ ਇੱਕ ਮਹਾਨ ਵਿਦਵਾਨ ਪੰਡਤ ਗੋਪਾਲ ਦੱਤ ਜੀ ਨੂੰ ਉਪਦੇਸ਼ ਦਿੰਦਿਆਂ ਹੋਇਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ 4 ਸ਼ਲੋਕ ਉਚਾਰਨ ਕੀਤੇ, ਜਿਸ ਦੇ ਵਿੱਚ ਫੋਕਟ ਕਰਮ ਕਾਂਡਾਂ ਦਾ ਖੰਡਨ ਕੀਤਾ ਔਰ ਨਾਲ ਹੀ ਆਤਮਾ ਦੀ ਸ਼ੁੱਧੀ ਵਾਸਤੇ ਉਪਦੇਸ਼ ਵੀ ਦਿੱਤਾ। ਇਹ ਵੀ ਦਰਸਾਇਆ ਕਿ ਜਿੰਨਾ ਚਿਰ ਪਰਮਾਤਮਾ ਦਾ ਨਾਮ ਨਹੀਂ ਜਪਦੇ, ਵਾਹਿਗੁਰੂ ਨੂੰ ਨਹੀਂ ਜਾਣਦੇ ਸਮਝਦੇ ਨਹੀਂ, ਉਹਨਾਂ ਚਿਰ ਇਹ ਜੀਵਨ ਵਿਅਰਥ ਹੈ, ਕਿਸੇ ਲੇਖੇ ਵਿੱਚ ਨਹੀਂ। ਹਰ ਵਰਗ ਨੂੰ ਆਪੋ ਆਪਣਾ ਧਰਮ ਵੀ ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ ਹੈ। ਇਹ ਵੀ ਵਾਰਤਾ ਮਹਾਂਪੁਰਖਾਂ ਦੱਸੀ ਗ੍ਰੰਥਾਂ ਵਿੱਚ ਆਉਂਦੀ ਹੈ ਕਿ ਗੋਪਾਲ ਦੱਤ ਨੇ ਪੁਰਾਣ ਪੜ੍ਹੇ ਹੋਏ ਸਨ ਔਰ ਇਹਨਾਂ 18 ਪੁਰਾਣਾਂ ਦੇ ਵਿੱਚੋਂ ਭਵਿੱਖਤ ਪੁਰਾਣ ਦਾ ਵੀ ਸੋ ਉਸ ਨੇ ਅਧਿਐਨ ਕੀਤਾ ਹੋਇਆ ਸੀ। ਅਤੇ ਉਸ ਅਧਿਐਨ ਵਿੱਚੋਂ, ਕਿਉਂਕਿ ਭਵਿਸ਼ਤ ਪੁਰਾਣ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਦੇ ਆਉਣ ਦੇ ਬਚਨ ਲਿਖੇ ਹੋਏ ਨੇ ਕਿ ਕਲਯੁਗ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਸਤਿਗੁਰੂ ਨਾਨਕ ਰੂਪ ਹੋ ਕੇ ਆਵੇਗਾ। ਇਹ ਭਵਿਸ਼ਤ ਪੁਰਾਣ ਦੇ ਵਿੱਚ ਬਚਨ ਅੰਕਿਤ ਨੇ। ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਾਸ਼ੀ ਪਹੁੰਚੇ ਹਨ, ਪਹਿਲਾਂ ਇਸ ਗੋਪਾਲ ਦੱਤ ਨੇ ਬਾਹਰ ਉਜਾੜ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਆਪਣੇ ਸਾਥੀਆਂ ਨੂੰ ਲੈ ਕੇ ਭੇਟ ਕੀਤੀ ਔਰ ਆਪਣੇ ਸੁਭਾਅ ਮੁਤਾਬਕ, ਕਿਉਂਕਿ ਜਿਹੜੇ ਪੁਰਾਣੇ ਪੰਡਤ ਵਿਦਵਾਨ ਹੋਇਆ ਕਰਦੇ ਸਨ ਉਹ ਆਪਣੀ ਵਿੱਦਿਆ ਦੇ ਹੰਕਾਰੀ ਹੁੰਦੇ ਸਨ ਕਿ ਮੈਂ ਬੜੇ ਗ੍ਰੰਥ ਪੜ੍ਹੇ, ਮੇਰੇ ਜਿੰਨਾ ਵਿਦਵਾਨ ਕੋਈ ਨਹੀਂ। ਜੇ ਕੋਈ ਹੋਰ ਵਿਦਵਾਨ ਆ ਗਿਆ, ਕੋਈ ਮਹਾਤਮਾ ਆ ਗਿਆ, ਕੋਈ ਮਹਾਂਪੁਰਖ ਆ ਗਿਆ, ਉਹਨੂੰ ਆਪਣੀ ਵਿੱਦਿਆ ਦੇ ਹੰਕਾਰ ਵਿੱਚ ਉੱਥੋਂ ਭਜਾਉਣ ਦਾ ਯਤਨ ਕਰਨਾ ਕਿ ਇਹ ਇੱਥੋਂ ਚਲਿਆ ਜਾਵੇ। ਇਹ ਕਹਿਣਾ ਕਿ ਮੇਰੇ ਨਾਲ ਚਰਚਾ ਕਰੋ, ਬਹਿਸ ਕਰੋ, ਵਿਤੰਡਾਵਾਦ, ਜਾਲਪਾਵਾਦ ਵਗੈਰਾ ਬਹਿਸ ਕਰੋ ਮੇਰੇ ਨਾਲ, ਮੈਂ ਵੇਖਾਂ ਤੁਹਾਡੇ ਕੋਲ ਕਿੰਨੀ ਕੁ ਵਿੱਦਿਆ ਹੈ, ਮੇਰੀ ਵਿੱਦਿਆ ਅੱਗੇ ਕਿੰਨਾ ਕੁ ਟਿਕਦੇ ਹੋ। ਜਦੋਂ ਇਉਂ ਗੋਪਾਲ ਦੱਤ ਨੇ ਸਤਿਗੁਰੂ ਮਹਾਰਾਜ ਜੀ ਨੂੰ ਵਿਚਾਰ ਕਰਨ ਲਈ ਕਿਹਾ ਤਾਂ ਕੁਝ ਥੋੜ੍ਹੀ ਦੂਰੀ ਉੱਪਰ ਇੱਕ ਕੁੱਤਾ ਮਰਿਆ ਪਿਆ ਸੀ, ਜੋ ਤਾਜ਼ਾ ਹੀ ਮਰਿਆ ਸੀ। ਉਸ ਵੱਲ ਨਜ਼ਰ ਕਰਦਿਆਂ ਸਤਿਗੁਰਾਂ ਨੇ ਕਿਹਾ ਕਿ ਉੱਠ ਭਾਈ, ਤੇਰੇ ਜਾਤ ਭਾਈ ਆਏ, ਇਹਨਾਂ ਨਾਲ ਉੱਠ ਕੇ ਚਰਚਾ ਕਰ, ਕਿਉਂਕਿ ਸਤਿਗੁਰੂ ਕਰਨ ਕਾਰਨ ਸਮਰੱਥ ਨੇ। ਕੁੱਤਾ ਜਿਉਂਦਾ ਹੋਇਆ ਉੱਠਿਆ, ਉਹਦੀ ਆਤਮਾ ਨੂੰ ਸਤਿਗੁਰੂ ਮਹਾਰਾਜ ਜੀ ਨੇ ਪ੍ਰਗਟ ਕੀਤਾ ਔਰ ਫਿਰ ਉਹਦੀ ਰਸਨਾ ਤੋਂ ਵੇਦਾਂ ਸ਼ਾਸਤਰਾਂ ਦੀਆਂ ਉਕਤੀਆਂ ਜੁਗਤੀਆਂ ਸਤਿਗੁਰੂ ਮਹਾਰਾਜ ਜੀ ਨੇ ਸਰਵਣ ਕਰਾਈਆਂ।
ਗੋਪਾਲ ਦੱਤ ਹੋਰਾਂ ਹੈਰਾਨ ਹੋ ਕੇ ਕਿਹਾ ਸੀ, ਮਹਾਰਾਜ ਇਹ ਕੁੱਤਾ ਸਾਡਾ ਜਾਤ ਭਾਈ ਕਿਵੇਂ ਹੋਇਆ? ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਇਹ ਤੇਰਾ ਦਾਦਾ ਬਿਸ਼ਨ ਦੱਤ ਹੈ ਜੋ ਕੁੱਤੇ ਦੀ ਜੂਨ ਵਿੱਚ ਪਿਆ ਹੈ। ਹੈਰਾਨ ਹੋਇਆ ਮਹਾਰਾਜ, ਮੇਰਾ ਦਾਦਾ ਬਿਸ਼ਨ ਦੱਤ ਤਾਂ ਬੜਾ ਕਰਮੀ ਧਰਮੀ ਸੀ, ਤ੍ਰੈ ਕਾਲ ਸੰਧਿਆ ਕਰਨ ਵਾਲਾ, ਪੂਰਨ ਤੌਰ 'ਤੇ ਇਉਂ ਵੇਦਾਂ ਸ਼ਾਸਤਰਾਂ ਦੀ ਰੀਤ ਮੁਤਾਬਕ ਚੱਲਣ ਵਾਲਾ, ਉਹ ਕੁੱਤੇ ਦੀ ਜੂਨ ਵਿੱਚ ਕਿਵੇਂ ਪੈ ਗਿਆ? ਤਾਂ ਸਤਿਗੁਰਾਂ ਦੱਸਿਆ ਕਿ ਇੱਕ ਕੋਈ ਮਹਾਤਮਾ ਇੱਥੇ ਆਏ ਸਨ। ਆਪਣੀ ਵਿੱਦਿਆ ਦੇ ਹੰਕਾਰ ਵਿੱਚ ਬਿਸ਼ਨ ਦੱਤ ਉਹਨਾਂ ਮਹਾਤਮਾ ਨੂੰ ਜਾ ਕੇ ਸਤਾਉਣ ਲੱਗਾ, ਜੀ ਮੇਰੇ ਨਾਲ ਵਿੱਦਿਆ ਦੀ ਚਰਚਾ ਕਰੋ। ਉਹ ਕਹਿਣ ਲੱਗੇ, ਭਾਈ ਅਸੀਂ ਕੋਈ ਵੇਦਾਂ ਸ਼ਾਸਤਰਾਂ ਦੀ ਵਿੱਦਿਆ ਪੜ੍ਹੇ ਨਹੀਂ, ਅਸੀਂ ਤਾਂ ਬੰਦਗੀ ਕਰਦੇ ਹਾਂ। ਕਹਿਣ ਲੱਗਾ, ਜੇ ਪੜ੍ਹੇ ਨਹੀਂ ਤਾਂ ਮਹਾਤਮਾ ਵਾਲਾ ਵੇਸ ਕਾਹਤੋਂ ਧਾਰਨ ਕੀਤਾ, ਇਹ ਲਿਬਾਸ ਲਾਓ। ਉਹਨਾਂ ਬਥੇਰਾ ਟਾਲ ਮਟਾਲਾ ਕੀਤਾ, ਪਰ ਇਹ ਤਕਰੀਬਨ ਇੱਕ ਪੈਰ ਉਹਨਾਂ ਦੇ ਖਹਿੜੇ ਪਿਆ ਰਿਹਾ, ਚਰਚਾ ਕਰੋ ਚਰਚਾ ਕਰੋ। ਉਹ ਮਹਾਤਮਾ ਹਠੀ ਜਪੀ ਤਪੀ ਸਨ, ਵਾਕ ਸਿੱਧੀ ਵਾਲੇ ਸਨ, ਥੋੜ੍ਹੇ ਵੀਰ ਰਸ ਵਿੱਚ ਆਏ ਔਰ ਕਹਿਣ ਲੱਗੇ, ਕਿਉਂ ਕੁੱਤੇ ਵਾਂਗੂ ਮਗਰ ਪੈ ਗਏ ਐ? ਬਸ ਇਹ ਬਚਨ ਉਹਨਾਂ ਮਹਾਤਮਾ ਦਾ ਹੋਣ ਕਰਕੇ ਇਹਨੂੰ ਕੁੱਤੇ ਦੀ ਜੂਨ ਪਈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਉਂ ਉਸ ਬਿਸ਼ਨ ਦੱਤ ਦਾ ਕੁੱਤੇ ਦੀ ਜੂਨ ਵਿੱਚ ਪਏ ਦਾ ਉਧਾਰ ਕੀਤਾ। ਤੇ ਫਿਰ ਇਸ ਬਿਸ਼ਨ ਦੱਤ ਦੇ ਪੋਤਰੇ ਇਸ ਗੋਪਾਲ ਦੱਤ ਨੂੰ ਇਹ ਪੱਥਰਾਂ ਦੀ ਪੂਜਾ ਕਰਦਿਆਂ, ਟਲੀਆਂ ਵਜਾਉਂਦਿਆਂ ਤੇ ਹੋਰ ਕਰਮ ਕਰਤੱਵ ਕਰਦਿਆਂ ਤੱਕ ਕਿ ਸਤਿਗੁਰੂ ਮਹਾਰਾਜ ਜੀ ਨੇ ਇਹ ਪਾਵਨ ਉਪਦੇਸ਼ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਉਚਾਰਨ ਕੀਤਾ। ਸਹਿਸਕ੍ਰਿਤ ਇਹ ਸੰਸਕ੍ਰਿਤ ਭਾਸ਼ਾ ਨਹੀਂ, ਬਲਕਿ ਸੰਸਕ੍ਰਿਤ ਤੋਂ ਪਹਿਲਾਂ ਦੀ ਭਾਸ਼ਾ ਹੈ, ਪ੍ਰਾਕ੍ਰਿਤ ਭਾਸ਼ਾ ਵੀ ਕਿਹਾ ਜਾਂਦਾ ਹੈ। ਇਹ ਸੰਸਕ੍ਰਿਤ ਦੀ ਜਨਮਦਾਤੀ ਹੈ। ਸਹਿਸਕ੍ਰਿਤ, ਸਹਿਸ ਜੇਬਾ ਵਾਲਾ ਜੋ ਸ਼ੇਸ਼ਨਾਗ ਕਿਹਾ ਜਾਂਦਾ ਹੈ, ਉਸ ਦੀ ਕ੍ਰਿਤ ਕੀਤੀ ਹੋਈ ਕਾਵ ਰਚਨਾ ਜੋ ਪਰਮਾਤਮਾ ਦੀ ਉਸਤਤ ਉਚਾਰਨ ਕੀਤੀ ਹੈ, ਜੋ ਬੋਲੀ ਉਸਨੇ ਬੋਲੀ, ਉਸ ਨੂੰ ਸਹਿਸਕ੍ਰਿਤ ਕਿਹਾ ਗਿਆ। ਸਹਿਸਕ੍ਰਿਤ ਵਿੱਚੋਂ ਹੀ ਸੰਸਕ੍ਰਿਤ ਜਨਮੀ ਹੈ। ਇਉਂ ਸਤਿਗੁਰੂ ਮਹਾਰਾਜ ਨੇ ਇਹ ਸਹਿਸਕ੍ਰਿਤੀ ਭਾਸ਼ਾ ਉਚਾਰਨ ਕਰਦਿਆਂ ਹੋਇਆਂ ਪੰਡਤ ਗੋਪਾਲ ਦੱਤ ਹੋਰਾਂ ਨੂੰ ਇਹ ਉਪਦੇਸ਼ ਬਖਸ਼ਿਆ। ਜਿਵੇਂ ਗਿਆਨੀ ਜੀ ਨੇ ਆਪ ਜੀ ਨੂੰ ਦੱਸਿਆ ਹੈ ਕਿ ਸਾਰੀ ਉਮਰ ਗੋਪਾਲ ਦੱਤ ਇਹਨਾਂ ਸ਼ਲੋਕਾਂ ਦਾ ਨਿਤਨੇਮ ਕਰਦਾ ਰਿਹਾ, ਕਿਉਂਕਿ ਪੜ੍ਹਿਆ ਲਿਖਿਆ ਸੀ, ਵਿੱਦਿਆ ਦਾ ਧਨੀ ਸੀ, ਆਪਣੇ ਕੋਲ ਲਿਖ ਕੇ ਰੱਖੇ ਔਰ ਇਉਂ ਇਸ ਨੇ ਇਹਨਾਂ ਸ਼ਲੋਕਾਂ ਨੂੰ ਸਤਿਕਾਰ ਸਹਿਤ ਰੱਖਦਿਆਂ ਸਾਰੀ ਉਮਰ ਪਾਠ ਕੀਤਾ। ਬੜੇ ਅਦਬ ਸਤਿਕਾਰ ਦੇ ਨਾਲ ਆਪਣੇ ਗ੍ਰੰਥਾਂ ਵਿੱਚ ਲਿਖ ਕੇ ਸੰਭਾਲ ਕੇ ਰੱਖਿਆ। ਅਗਾਂਹ ਇਸ ਦੀ ਬੰਸ ਵਿੱਚੋਂ ਇਸ ਦੇ ਪੋਤਰੇ ਪੰਡਤ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਹੋਏ, ਜਿਨ੍ਹਾਂ ਨੇ ਵਿੱਦਿਆ ਤਾਂ ਬਹੁਤ ਪੜ੍ਹੀ ਪਰ ਮਨ ਨੂੰ ਸ਼ਾਂਤੀ ਨਾ ਆਈ। ਹੋਰ ਆਪਣੇ ਪਿਤਾ ਦੀਆਂ, ਆਪਣੇ ਦਾਦੇ ਦੀਆਂ ਲਿਖਤਾਂ ਨੂੰ ਫਰੋਲਦੇ ਨੇ ਕਿ ਇਹਨਾਂ ਵਿੱਚੋਂ ਕੋਈ ਵਿੱਦਿਆ ਦਾ ਬਚਨ ਐਸਾ ਲੱਭੇ ਜੋ ਮਨ ਨੂੰ ਸ਼ਾਂਤੀ ਦੇਣ ਵਾਲਾ ਹੋਵੇ। ਫਰੋਲਦਿਆਂ ਫਰੋਲਦਿਆਂ ਹੋਇਆਂ ਉਹਨਾਂ ਨੂੰ ਇਹ ਸਤਿਗੁਰੂ ਮਹਾਰਾਜ ਜੀ ਦੇ ਉਚਾਰਨ ਕੀਤੇ ਸ਼ਲੋਕ ਮਿਲੇ। ਸਤਿਗੁਰੂ ਨਾਨਕ ਦੇਵ ਜੀ ਸਾਹਿਬ ਜੀ ਪਾਸੇ ਸਰਵਣ ਤਾਂ ਕੀਤਾ ਸੀ, ਗੁਰੂ ਬਾਰੇ ਜਾਣਦੇ ਸਨ, ਪਰ ਹੁਣ ਕਿਉਂਕਿ ਲੰਮੇ ਸਮੇਂ ਤੋਂ ਗੁਰੂ ਘਰ ਵੱਲ ਕਦੇ ਆਏ ਗਏ ਨਹੀਂ ਸਨ, ਕਾਸ਼ੀ ਨਿਵਾਸੀ ਗੁਰਸਿੱਖਾਂ ਨੂੰ ਪੁੱਛਿਆ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸੋ ਉਹ ਕਿੱਥੇ ਸਨ ਜਾਂ ਉਹਨਾਂ ਦਾ ਕੋਈ ਥਾਂ ਪਤਾ ਟਿਕਾਣਾ। ਗੁਰਸਿੱਖਾਂ ਨੇ ਦੱਸਿਆ ਕਿ ਉਹਨਾਂ ਦੀ ਪੰਜਵੀਂ ਜੋਤ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸੁਭਾਏਮਾਨ ਹਨ, ਜੋ ਮਾਝੇ ਦੀ ਧਰਤੀ 'ਤੇ ਨਿਵਾਸ ਰੱਖਦੇ ਨੇ। ਤਦੋਂ ਸਤਿਗੁਰੂ ਜੀ ਦੇ ਇਹ 4 ਸ਼ਲੋਕ ਲੈ ਕੇ ਪੰਡਤ ਹਰੀ ਲਾਲ ਅਤੇ ਕ੍ਰਿਸ਼ਨ ਲਾਲ, ਜੋ ਕਿ ਪੰਡਤ ਗੋਪਾਲ ਦੱਤ ਦੇ ਪੋਤਰੇ ਸਨ, ਉਹ ਸਤਿਗੁਰੂ ਮਹਾਰਾਜ ਦੀ ਸ਼ਰਨ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਆਏ। ਰਾਮਸਰ ਸਰੋਵਰ ਦੇ ਅਸਥਾਨ 'ਤੇ ਸਤਿਗੁਰੂ ਜੀ ਬਾਣੀ ਲਿਖਵਾ ਰਹੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਤਿਆਰੀ ਹੋ ਰਹੀ ਸੀ। ਪੰਡਤ ਹਰੀ ਲਾਲ ਕ੍ਰਿਸ਼ਨ ਲਾਲ ਨੇ ਇਹ 4 ਸ਼ਲੋਕ ਸਤਿਗੁਰਾਂ ਦੀ ਭੇਟਾ ਕੀਤੇ ਕਿ ਸਾਡੇ ਦਾਦੇ ਗੋਪਾਲ ਦੱਤ ਨੂੰ ਸਤਿਗੁਰੂ ਨਾਨਕ ਦੇਵ ਸਾਹਿਬ ਨੇ ਇਹ ਉਪਦੇਸ਼ ਬਖਸ਼ਿਆ ਸੀ। ਨਾਲ ਹੀ ਬੇਨਤੀ ਕੀਤੀ, ਮਹਾਰਾਜ ਆਪ ਜੀ ਉਹ ਰੂਪ ਹੋ, ਕਿਰਪਾ ਕਰਕੇ ਸਾਨੂੰ ਆਪ ਜੀ ਉਪਦੇਸ਼ ਇਸੇ ਹੀ ਤਰਜ਼ ਵਿੱਚ, ਇਸੇ ਹੀ ਢੰਗ ਤਰੀਕੇ ਵਿੱਚ ਬਖਸ਼ੋ। ਤਾਂ ਉਹਨਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਪੰਚਮ ਪਾਤਸ਼ਾਹ ਜੀ ਨੇ ਅਗਲੇ ਜਿਹੜੇ 67 ਸਹਿਸਕ੍ਰਿਤੀ ਸ਼ਲੋਕ ਹਨ ਇਹ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਸੋ ਇਹ ਸਤਿਗੁਰੂ ਮਹਾਰਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ
ਔਰ ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਮਹਾਨ ਕਿਰਪਾਲਤਾ ਕੀਤੀ ਹੈ। ਆਓ ਧਿਆਨ ਪੂਰਵਕ ਸੰਗਤਾਂ ਸਰਵਣ ਕਰੋ। ਉਚਾਰਨਾਂ ਨੂੰ ਤੇ ਵਿਸਰਾਮਾਂ ਨੂੰ ਸਮਝਣ ਵਾਸਤੇ ਪੂਰੀ ਸਾਵਧਾਨੀ ਦੀ, ਪੂਰੀ ਇਕਾਗਰਤਾ ਦੀ ਜ਼ਰੂਰਤ ਹੈ। ਗੁਰ ਚਰਨਾਂ ਵਿੱਚ ਧਿਆਨ ਬਿਰਤੀ ਜੋੜੀਏ। ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰੀਏ, ਮਹਾਰਾਜ ਆਪ ਕਿਰਪਾ ਕਰੋ, ਸੁਣ ਸਕੀਏ, ਬੋਲ ਸਕੀਏ, ਸਮਝ ਸਕੀਏ, ਗੁਰਬਾਣੀ ਦਾ ਉਚਾਰਨ ਆਪਾਂ ਸ਼ੁੱਧ ਕਰ ਸਕੀਏ ਔਰ ਨਾਲ ਹੀ ਗੁਰਬਾਣੀ ਦੇ ਭੇਦ ਨੂੰ, ਗੁਰਬਾਣੀ ਦੇ ਉਪਦੇਸ਼ ਨੂੰ ਸਮਝ ਕੇ ਆਪਣੇ ਹਿਰਦਿਆਂ ਵਿੱਚ ਵੀ ਵਸਾ ਸਕੀਏ। ਪਾਠ ਆਰੰਭ ਹੋ ਰਿਹਾ ਹੈ। ਸਮੂਹ ਸੰਗਤਾਂ ਇਕਾਗਰ ਚਿੱਤ ਹੋ ਕੇ ਸਾਵਧਾਨ ਹੋਵੋ ਜੀ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼ਲੋਕ ਸਹਸਕ੍ਰਿਤੀ ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗੁਲ ਸਮਾਧੰ। ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗੁਲ ਸਮਾਧੰ। ਪਹਿਲੇ ਦੱਦੇ ਉੱਤੇ ਟਿੱਪੀ ਲੱਗੀ ਹੈ ਬਾਦੰ, ਤੇ ਫਿਰ ਅਖੀਰ ਦੂਸਰਾ ਜੋ ਦੂਸਰੀ ਪੰਕਤੀ ਦਾ ਤੁਕਾਂਤ ਹੈ ਉਹ ਧੱਦੇ ਨਾਲ ਹੈ। ਗਿਆਨੀ ਜੀ ਨੇ 2 ਵਾਰੀ ਇਸ ਕਰਕੇ ਪੜ੍ਹਿਆ ਹੈ ਕਿ ਸਾਨੂੰ ਇਹ ਯਾਦ ਰਵੇ ਕਿ ਅਸੀਂ ਪਹਿਲੇ ਪੜ੍ਹ ਪੁਸਤਕ ਸੰਧਿਆ ਬਾਦੰ, ਬਾਦੰ ਬੋਲਣਾ, ਇਹਨੂੰ ਧੱਦਾ ਨਹੀਂ ਬਣਾ ਦੇਣਾ ਬਾਦੰ। ਸਿਲ ਪੂਜਸ ਬਗਲ ਸਮਾਧੰ, ਇਹ ਧੱਦਾ ਬੋਲਣਾ, ਇਹ ਦਦਾ ਨਹੀਂ ਬੋਲਣਾ, ਇਹ ਖਿਆਲ ਰੱਖਣਾ ਹੈ। ਮੁਖ ਝੂਠ ਬੇਭੂਖਨ ਸਾਰੰ, ਮੁਖ ਝੂਠ ਬੇਭੂਖਨ ਸਾਰੰ। ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਿਲਾਟੰ। ਦੋਇ ਧੋਤੀ ਵਸਤਰ ਕਪਾਟੰ। ਜੋ ਜਾਨਸ ਬ੍ਰਹਮੰ ਕਰਮੰ, ਜੋ ਜਾਨਸ ਬ੍ਰਹਮੰ ਕਰਮੰ। ਸਭ ਫੋਕਟ ਨਿਸ਼ਚੈ ਕਰਮੰ, ਕਹੋ ਨਾਨਕ ਨਿਸ਼ਚਉ ਧਿਆਵੈ। ਬਿਨ ਸਤਿਗੁਰ ਬਾਟ ਨਾ ਪਾਵੈ। ਸਾਧ ਸੰਗਤ ਜੀ, ਆਪ ਜੀ ਦਰਸ਼ਨ ਕਰੋਗੇ। ਇਹ ਜੋ 4 ਸ਼ਲੋਕ ਹਨ, ਇਹਨਾਂ ਵਿੱਚੋਂ ਪਹਿਲਾ, ਤੀਜਾ ਅਤੇ ਚੌਥਾ ਇਹ ਆਸਾ ਕੀ ਵਾਰ ਵਿੱਚ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ, ਪਰ ਉੱਥੇ ਥੋੜ੍ਹਾ ਲਗਾ ਮਾਤਰਾ ਦਾ ਔਰ ਅੱਖਰਾਂ ਦੇ ਲਿਖਣ ਦਾ ਫਰਕ ਆਉਂਦਾ ਹੈ। ਜੋ ਜਾਨਸ ਬ੍ਰਹਮੰ ਕਰਮੰ, ਉਥੇ ਜੇ ਜਾਨਸ ਬ੍ਰਹਮੰ ਕਰਮੰ ਹੈ। ਸਭ ਫੋਕਟ ਨਿਸ਼ਚੈ ਕਰਮੰ, ਉਥੇ ਨਿਸ਼ਚਉ ਕਰਮੰ ਹੈ। ਇਸੇ ਤਰ੍ਹਾਂ ਜੋ ਅਗਲੇ ਪਾਠਾਂ ਦੇ ਵਿੱਚ ਵੀ ਆਪ ਜੀ ਤੱਕੋਗੇ, ਜੋ ਰੋਜ਼ਾਨਾ ਸਾਡੀ ਰਸਨਾ ਤੇ ਪਾਠ ਪੱਕਾ ਹੋਇਆ ਚੜ੍ਹਿਆ ਹੋਇਆ ਆਸਾ ਕੀ ਵਾਰ ਵਿੱਚ, ਉਹਨਾਂ ਨਾਲੋਂ ਇੱਥੇ ਲਗਾ ਮਾਤਰਾ ਦਾ ਔਰ ਅੱਖਰਾਂ ਦੇ ਲਿਖਣ ਦੇ ਢੰਗ ਦਾ ਫਰਕ ਆਵੇਗਾ। ਇਸ ਗੱਲ ਦਾ ਖਿਆਲ ਰੱਖਣਾ। ਆਸਾ ਕੀ ਵਾਰ ਵਿੱਚ ਉਹ ਸਰੂਪ ਪੜ੍ਹਨਾ ਜੋ ਸਤਿਗੁਰੂ ਜੀ ਨੇ ਉੱਥੇ ਲਿਖਿਆ ਹੈ, ਅਤੇ ਸਹਿਸਕ੍ਰਿਤੀ ਸ਼ਲੋਕਾਂ ਦੀ ਬਾਣੀ ਵਿੱਚ ਇੱਥੇ ਅਸੀਂ ਇਸੇ ਰੂਪ ਦਾ ਪਾਠ ਕਰਨਾ ਹੈ ਜਿਵੇਂ ਸਤਿਗੁਰੂ ਜੀ ਨੇ ਇੱਥੇ ਉਚਾਰਨ ਕੀਤਾ ਹੈ। ਅਗਲਾ ਜਿਹੜਾ ਦੂਸਰਾ ਸ਼ਲੋਕ ਹੈ, ਇਸ ਨੂੰ ਸਤਿਗੁਰੂ ਜੀ ਨੇ ਗੋਜਰੀ ਕੀ ਵਾਰ ਦੇ ਵਿੱਚ ਵੀ ਰੱਖਿਆ ਹੈ। ਇੱਥੇ ਵੀ ਇਸੇ ਤਰ੍ਹਾਂ ਲਗਾ ਮਾਤਰਾ ਦਾ ਅਤੇ ਅੱਖਰਾਂ ਦੇ ਲਿਖਣ ਦੇ ਢੰਗ ਦਾ ਕੁਝ ਫਰਕ ਆਉਂਦਾ ਹੈ। ਨਿਹਫਲੰ ਤਸ ਜਨਮਸ ਜਾਵਦ ਬ੍ਰਹਮਨਾ ਬਿੰਦਤੇ। ਤਸ ਜਨਮਸ ਇਹ ਆਪ ਜੀ ਨੇ ਸਰਵਣ ਕੀਤਾ ਹੈ ਸਮਝਣ ਦੇ ਵਾਸਤੇ, ਕਿਉਂਕਿ ਪੂਰਨ ਤੌਰ 'ਤੇ ਇਸ ਨੂੰ ਖੋਲ੍ਹ ਕੇ ਲਿਖਿਆ ਨਹੀਂ ਜਾ ਸਕਦਾ। ਸਮਝਣ ਦੇ ਵਾਸਤੇ ਇਉਂ ਜਾਣਨਾ ਕਿ ਤੱਤੇ ਦੇ ਉੱਪਰ ਅਧਕ ਲਾ ਕੇ ਅਤੇ ਸੱਸੇ ਨੂੰ ਹੋਰ ਭਾਰਾ ਕਰਦਿਆਂ ਹੋਇਆਂ ਅੱਗੇ ਥੋੜ੍ਹੀ ਜਿਹੀ ਐੜੇ ਦੀ ਆਵਾਜ਼ ਆਵੇਗੀ, ਤਸ। ਸੱਸੇ ਨੂੰ ਸਿਹਾਰੀ ਨਹੀਂ ਲੱਗੇਗੀ, ਤਸ। ਇਸੇ ਤਰ੍ਹਾਂ ਜਨਮਸ
ਮੰਮੇ ਦੇ ਉੱਪਰ ਅਦਕ ਲੱਗੇਗਾ ਤੇ ਸੱਸਾ ਜਿਹੜਾ ਹੈ ਉਹ ਨਾਲ ਥੋੜੀ ਜੀ ਖੁੱਲੇ ਐੜੇ ਦੀ ਆਵਾਜ਼ ਫੇਰ ਦੇਵੇਗਾ। ਇਉਂ ਨਿਹਫਲੰ ਤਸ ਜਨਮਸ। ਜੇ ਇਹ ਹੇਠਾਂ ਜਈਆ ਨਾ ਲੱਗਾ ਹੋਵੇ ਤਾਂ ਫੇਰ ਤਾਂ ਤਸ ਜਨਮਸ ਇਉਂ ਹੋ ਜਾਵੇ, ਪਰ ਤਸ ਜਨਮਸ ਸੋ ਇਸ ਤਰ੍ਹਾਂ ਇਸ ਦਾ ਉਚਾਰਨ ਹੋਵੇਗਾ। ਹੋਰ ਵੀ ਅੱਖਰ ਇਸ ਤਰ੍ਹਾਂ ਦੇ ਹੀ ਇੱਥੇ ਆਉਣਗੇ, ਸਾਰਿਆਂ ਦੇ ਵਿੱਚ ਇਹ ਨਿਯਮ ਆਪ ਜੀ ਨੇ ਸਮਝ ਲੈਣਾ ਜੀ। ਨਿਹਫਲੰ ਤਸ ਜਨਮਸ ਜਾਵਦ ਬ੍ਰਹਮ ਨ ਬਿੰਦਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹ ਕੇ ਕਰਨ ਕਾਰਣ ਸਮਰਥ ਹੈ ਕਹੋ ਨਾਨਕ ਵਿਚਾਰ ਕਾਰਣ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤ ਬ੍ਰਹਮਣഃ ਖਯਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤః। ਖਯਤਰੀ ਸ਼ਬਦੰ, ਖਯਤਰੀ ਪਿਛਲੇ ਦਿਨਾਂ ਵਿੱਚ ਵੀ ਦੱਸਿਆ ਸੀ ਕਿ ਸੰਸਕ੍ਰਿਤ ਦਾ ਜੋ ਕਸ਼ਤਰੀ ਹੈ, ਕਸ਼ਾ ਅੱਖਰ ਦੇ ਨਾਲ ਤੇ ਅੱਗੇ ਤਰਾ ਦੇ ਨਾਲ, ਸੋ ਉਹ ਈ ਦੀ ਮਾਤਰਾ ਲਾ ਕੇ ਬਣਦਾ ਹੈ। ਸੋ ਉਹਦੇ ਤੋਂ ਇਹ ਲਫ਼ਜ਼ ਮਹਾਰਾਜ ਇੱਥੇ ਲਿਖ ਰਹੇ ਨੇ। ਇਸ ਨੂੰ ਇੱਥੇ ਆਪਾਂ ਖਯਤਰੀ ਕਹਿ ਕੇ ਬੋਲਾਂਗੇ, ਭਾਵ ਕਿ ਇਹਦੇ ਵੀ ਖੱਖੇ ਤੇ ਤੱਤੇ ਦੇ ਦਰਮਿਆਨ ਐੜੇ ਦੀ ਥੋੜੀ ਜਿਹੀ ਆਵਾਜ਼ ਆਵੇਗੀ। ਖਯਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤః। ਇੱਕ ਹੋਰ ਵਿਚਾਰ ਆ ਕਿ ਜਦੋਂ ਆਮ ਪਾਠ ਆਪਾਂ ਕਰਦੇ ਹਾਂ ਸਾਰੇ ਸਹਿਜੇ ਹੀ ਆਪਾਂ ਕੋਲੋਂ ਬੋਲਿਆ ਜਾਂਦਾ ਹੈ ਜੋਗ ਸ਼ਬਦੰ। ਮੈਂ ਪੜ੍ਹਦਾ, ਤੁਸੀਂ ਧਿਆਨ ਰੱਖਿਓ, ਤੁਹਾਨੂੰ ਖਾਸ ਨੂੰ ਪਤਾ ਲੱਗਿਆ ਪੜ੍ਹਨਾ ਮੈਂ ਗਲਤ ਆ, ਤੁਸੀਂ ਸਮਝੋਗੇ ਸ਼ੁੱਧ ਪੜ੍ਹ ਰਿਹਾ। ਪੜ੍ਹਨਾ ਮੈਂ ਗਲਤ ਆ, ਤੁਸੀਂ ਇਹ ਸਮਝੋਗੇ ਵੀ ਜਿਵੇਂ ਸ਼ੁੱਧ ਪੜ੍ਹਿਆ ਜਾ ਰਿਹਾ। ਮੈਂ ਪੜ੍ਹਦਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਸ਼ੁੱਧ ਸਮਝੋਗੇ ਨਾ, ਪਰ ਗਲਤ ਹੈ। ਵਾਵਾ ਮੂਹਰੋਂ ਨਿਕਲਦਾ, ਵਾਵਾ ਲਾ ਦਿੰਦੇ ਆਮ, ਹੈ ਲੱਗਾ। ਸ਼ੁੱਧ ਹੈ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ। ਸ਼ਬਦੰ ਕਹਿਣ ਲੱਗਿਆ ਬੱਬਾ ਲੱਗਣਾ ਚਾਹੀਦਾ, ਸ਼ਬਦੰ ਕਹਿ ਦਿੰਦੇ ਆਮ ਨਿਕਲ ਜਾਂਦਾ ਮੂੰਹ 'ਚ। ਸਾਰਿਆਂ ਨੂੰ ਧਿਆਨ ਦੇਣਾ, ਜੋ ਸ਼ਬਦੰ ਕਹਿਣਾ ਹੈ ਨਾ, ਬੱਬਾ ਪੂਰਾ ਉਚਾਰਨ ਹੋਣਾ ਚਾਹੀਦਾ ਸਾਡੀ ਰਸਨਾ ਤੋਂ, ਕਦੇ ਵਾਵਾ ਹੀ ਨਾ ਬੋਲਿਆ ਜਾਵੇ। ਪਤਾ ਨਹੀਂ ਲੱਗਦਾ ਆਮ ਸ਼ਬਦੰ ਕਹਿਤਾ, ਸ਼ਬਦੰ ਇਹ ਸ਼ੁੱਧ ਆ। ਜੇ ਕਿ ਸ਼ਬਦੰ ਬੱਬਾ, ਇਸ ਤਰ੍ਹਾਂ ਜਿਹਨੇ ਗਿਆਨੀ ਜੀ ਉਹਨਾਂ ਨੇ ਪੜ੍ਹਿਆ ਹੈ, ਸਾਰੀ ਸੰਗਤ ਨੇ ਧਿਆਨ ਦੇਣਾ ਜੀ। ਸ਼ੁੱਧ ਪਾਠ ਇਸੇ ਪ੍ਰਕਾਰ ਜਿਵੇਂ ਹੋਇਆ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ, ਇਸ ਤਰ੍ਹਾਂ ਸਾਰੇ ਉਚਾਰਨ ਕਰਨੇ ਜੀ। ਹਾਂਜੀ, ਮਹਾਂਪੁਰਖਾਂ ਦੇ ਕਹਿਣ ਤੋਂ ਭਾਵ ਹੈ ਕਿ ਬੱਬੇ ਦਾ ਉਚਾਰਨ ਵੱਵੇ ਦੇ ਰੂਪ ਵਿੱਚ ਨਾ ਹੋ ਜਾਵੇ, ਹਾਂਜੀ, ਔਰ ਇਹ ਅਧੂਰਾ ਨਾ ਰਹਿ ਜਾਵੇ। ਜਦੋਂ ਆਪਾਂ ਵੱਵਾ ਬੋਲਦੇ ਹਾਂ, ਜੇ ਸ਼ਬਦ ਕਹੀਏ ਤਾਂ ਆਪਾਂ ਜਾਣਦੇ ਹਾਂ ਕਿ ਸਾਡੇ ਹੇਠਲੇ ਦੰਦ ਜੋ ਨੇ ਉਹ ਉੱਪਰਲੇ ਬੁੱਲਾਂ ਨੂੰ ਛੂੰਹਦੇ ਨੇ, ਪਰ ਬੱਬਾ ਬੋਲਣ ਲੱਗਿਆਂ ਸਾਡੇ ਬੁੱਲ ਆਪਸ ਵਿੱਚ ਜੁੜਦੇ ਨੇ। ਇਹ ਅੱਖਰਾਂ ਦੇ ਉਚਾਰਨਾਂ ਦੇ ਵੱਖਰੇ ਵੱਖਰੇ ਅਸਥਾਨ ਨੇ। ਸੋ ਸ਼ਬਦੰ ਨਾ ਹੋਵੇ, ਸ਼ਬਦੰ ਹੋਵੇ, ਭਾਵ ਕਿ ਬੁੱਲ ਜੁੜ ਕੇ ਬੱਬੇ ਦਾ ਉਚਾਰਨ ਹੋਣਾ ਚਾਹੀਦਾ ਹੈ, ਇਉਂ ਉਚਾਰਨ ਸ਼ੁੱਧ ਹੋਵੇਗਾ ਜੀ। ਹਾਂਜੀ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਹਮਣഃ ਖਯਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤః ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਨਸ ਭੇਉ ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦੇਵ ਏਕ ਕ੍ਰਿਸ਼ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ ਆਤਮੰ ਸ੍ਰੀ ਵਾਸੁਦੇਵਸ ਜੇ ਕੋਈ ਜਾਨਸ ਭੇਵ ਨਾਨਕ ਤਾਕੋ ਦਾਸ ਹੈ
ਸੋਈ ਨਿਰੰਜਨ ਦੇਵ। ਆਤਮੰ ਸ੍ਰੀ ਵਾਸੁਦੇਵस्य। ਜਦੋਂ ਆਪਾਂ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ ਤਾਂ ਉੱਥੇ ਸੱਸਾ ਬਿਲਕੁਲ ਮੁਕਤਾ ਹੈ, ਉਸ ਦੇ ਨਾਲ ਹੋਰ ਕੁਝ ਵੀ ਨਹੀਂ। ਪਰ ਇੱਥੇ ਸੱਸੇ ਦੇ ਚਰਨਾਂ ਵਿੱਚ ਵਵਾ ਲੱਗਾ ਹੋਇਆ ਹੈ, ਸੋ ਇਸ ਦਾ ਉਚਾਰਨ ਵੀ ਆਵੇਗਾ, ਪਰ ਵੱਵੇ ਦੇ ਰੂਪ ਵਿੱਚ ਨਹੀਂ, ਅੱਧੇ ਕ ਐੜੇ ਦੇ ਰੂਪ ਵਿੱਚ। ਆਤਮੰ ਸ੍ਰੀ ਵਾਸੁਦੇਵस्य। ਜੇ ਕੋਈ ਜਾਣਸ ਭੇਵ।